ਸਤਿ ਸ਼੍ਰੀ ਅਕਾਲ ਮਾਸਟਰ ਕੈਡਰ ਸਾਇੰਸ ਵਿੱਚ ਅੱਜ ਆਪਾਂ ਨੈਕਸਟ ਟੌਪਿਕ ਕਰਨ ਜਾ ਰਹੇ ਹਾਂ। ਤਾਂ ਆਪਣਾ ਟੌਪਿਕ ਦਾ ਨਾਂ ਹੈਗਾ ਸਰਫੇਸ ਕੈਮਿਸਟਰੀ। ਤਾਂ ਆਪਾਂ ਅੱਜ ਕਰਾਂਗੇ ਸਰਫੇਸ ਕੈਮਿਸਟਰੀ ਚੈਪਟਰ ਦਾ ਸ਼ੁਰੂ ਕਰ ਰਹੇ ਹਾਂ। ਅਤੇ ਸਭ ਤੋਂ ਪਹਿਲਾਂ ਆਪਾਂ ਸਿਲੇਬਸ 'ਚ ਦੇਖਦੇ ਹਾਂ ਕੀ ਹੈ ਜਿਹੜਾ ਮਾਸਟਰ ਕੈਡਰ ਐਬਜ਼ੌਰਪਸ਼ਨ ਆ, ਫਿਜ਼ੀਓਥੈਰੇਪੀ ਅਤੇ ਕੈਮੋਥੈਰੇਪੀ ਇਹਦੇ ਬਾਰੇ ਪੜ੍ਹਨਾ ਅਤੇ ਇਹਨਾਂ ਕਰੈਕਟਰਿਸਟਿਕਸ ਪੜ੍ਹਨੇ ਆ। ਫਿਰ ਫੈਕਟਰ ਇਫੈਕਟ ਕਰਦੇ ਜਿਹੜੇ ਐਬਜ਼ੌਰਬੈਂਟ ਨੂੰ, ਗੈਸੀ ਅਤੇ ਸੋਲਿਡ ਨੂੰ, ਫਰੈਂਡਲਿਕ ਅਤੇ ਲਿਓਨਮਾਰ ਐਬਜ਼ੌਰਪਸ਼ਨ ਐਸੋਥਰਮ ਇਹ ਪੜ੍ਹਦੇ ਆ। ਫਿਰ ਕੀ ਐਬਜ਼ੌਰਪਸ਼ਨ ਫਰੋਮ ਸੋਲਿਊਸ਼ਨ ਕੱਢਣੀ ਆ, ਕਲੋਡੀਕਲ ਸਟੇਟ ਟਰੂ ਸੋਲਿਊਸ਼ਨ, ਕਲਾਈਡੀਅਲ ਅਤੇ ਸਸਪੈਂਸ਼ਨ, ਕਲਾਸੀਫਿਕੇਸ਼ਨ, ਲੀਓਫਿਲਿਕ, ਲੀਓਫੋਲ ਅਤੇ ਮਾਲਡ ਮੋਲੀਕੂਲਰ, ਮੈਕਰੋਮੋਲੀਕੂਲਰ ਅਤੇ ਐਸੋਐਚੋਕਲਾਈਡਸ ਇਹਨਾਂ ਬਾਰੇ ਪੜ੍ਹਨਾ ਗਾ ਆਪਾਂ। ਪਰਪੇਸ਼ਨ ਅਤੇ ਪ੍ਰੋਪਰਟੀਜ਼ ਆਫ ਕਲਾਈਡ ਪੜ੍ਹਨੀਆਂ। ਫਿਰ ਟੈਂਡਲ ਇਫੈਕਟ ਪੜ੍ਹਨਾ, ਬਰੋਨੀਅਨ ਮੂਵਮੈਂਟ ਪੜ੍ਹਨਾ, ਇਲੈਕਟ੍ਰੋਫੋਰੇਸ ਪੜ੍ਹਨਾ, ਡਾਇਲਿਸਿਸ ਪੜ੍ਹਨਾ, ਕੋਲੇਸ਼ਨ ਪੜ੍ਹਨਾ, ਫਲਕਟੇਸ਼ਨ ਪੜ੍ਹਨਾ, ਅਮਲਸਨ ਅਤੇ ਇਹਦੇ ਕਰੈਕਟਰਿਸਟਿਕਸ। ਤਾਂ ਆਪਾਂ ਸਰਫੇਸ ਕੈਮਿਸਟਰੀ 'ਚ ਆਹ ਸਾਰਾ ਸਿਲੇਬਸ ਉਹ ਕਰਨਾ। ਇਹ ਆਪਾਂ +2 ਦੀ ਬੁੱਕ ਤੋਂ ਕਰਾਂਗੇ ਆਪਾਂ। ਚਲੋ ਫਿਰ ਆਪਾਂ ਅੱਗੇ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਨਾ ਹੈਗਾ ਸਰਫੇਸ ਕੈਮਿਸਟਰੀ ਬਾਰੇ। ਤਾਂ ਸਰਫੇਸ ਕੈਮਿਸਟਰੀ ਦੀ ਡੈਫੀਨੇਸ਼ਨ ਇੱਥੋਂ ਵੀ ਆ। ਸਰਫੇਸ ਕੈਮਿਸਟਰੀ ਡੀਲਸ ਵਿਦ ਦੀ ਫਿਨੋਮਾ ਦੈਟ ਅਕਰ ਐਟ ਦੀ ਸਰਫੇਸ, ਵੀ ਜਿਹੜਾ ਸਰਫੇਸ 'ਤੇ ਹੋਵੇ ਅਤੇ ਸਰਫੇਸ ਦੇ ਅੰਦਰ ਨਾ ਹੋਵੇ, ਜਿਹੜਾ ਉਹਨੂੰ ਆਪਾਂ ਕਹਾਂਗੇ ਸਰਫੇਸ ਕੈਮਿਸਟਰੀ, ਕਿਉਂਕਿ ਇਹ ਸਰਫੇਸ 'ਤੇ ਹੁੰਦਾ ਸਾਰਾ ਕੁਛ, ਤਾਂ ਕਰਕੇ ਉਹਨੂੰ ਆਪਾਂ ਕਹਿੰਦੇ ਹਾਂ ਸਰਫੇਸ ਕੈਮਿਸਟਰੀ ਕਹਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਆ ਗਿਆ ਐਬਜ਼ੌਰਪਸ਼ਨ, ਇਹਦੇ ਬਾਰੇ ਪੜ੍ਹਨਾ ਸੀ ਆਪਾਂ। ਐਬਜ਼ੌਰਪਸ਼ਨ, ਠੀਕ ਆ। ਐਬਜ਼ੌਰਪਸ਼ਨ ਬਾਰੇ ਪੜ੍ਹਨਾ ਗਾ। ਤਾਂ the accumulation of molecular species at the surface rather than in the bulk of a solid liquid, ਜਿਹੜੇ ਮੋਲੀਕੂਲ ਗਏ ਉਹ ਸਰਫੇਸ 'ਤੇ ਹੀ ਰਹਿਣ, ਸਰਫੇਸ ਦੇ ਅੰਦਰ ਨਾ ਉਹ ਇੰਟਰੈਕਟ ਕਰਨ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਐਬਜ਼ੌਰਪਸ਼ਨ, ਠੀਕ ਆ। ਤਾਂ ਇਸ ਤੋਂ ਬਾਅਦ ਆਪਾਂ ਦੋ ਟਰਮਾਂ ਪੜ੍ਹਦੀਆਂ, ਇੱਕ ਤਾਂ ਪੜ੍ਹਦੀਆਂ ਐਬਜ਼ੌਰਬੇਟ ਅਤੇ ਇੱਕ ਆਪਾਂ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਐਬਜ਼ੌਰਬੈਂਟ, ਠੀਕ ਆ। ਇਹ ਦੋ ਟਰਮਾਂ ਬਾਰੇ ਪਤਾ ਹੋਣਾ ਚਾਹੀਦਾ। ਐਬਜ਼ੌਰਬੇਟ ਉਹ ਮੋਲੀਕੂਲਰ ਸਪੀਸੀਜ਼ ਦਾ ਸਬਟੈਂਸ ਜਿਹੜਾ ਕਿ ਕੰਸਨਟਰੇਟ ਕਰਦਾ ਅਕੋਮੂਲੇਟ ਐਟ ਦੀ ਸਰਫੇਸ, ਜਿੱਥੇ ਕੀ ਸਰਫੇਸ 'ਤੇ ਕਰਦਾ। ਜਿਵੇਂ ਆਹ ਕੋਈ ਸਰਫੇਸ ਗਾ, ਇਹਦੇ ਕੋਈ ਚੀਜ਼ ਆ ਕੇ ਉਹ ਕਰ ਰਹੀ ਹੈ, ਅਤੇ ਇਹਨੂੰ ਕਹੂੰਗਾ ਮੈਂ ਐਬਜ਼ੌਰਬੇਟ, ਅਤੇ ਜਿਹੜਾ ਸਰਫੇਸ ਗਾ ਇਹਨੂੰ ਕਹੂੰਗਾ ਮੈਂ ਐਬਜ਼ੌਰਬੈਂਟ। ਅਤੇ ਉਹ ਮਟੀਰੀਅਲ ਜਿਹਦੇ ਸਰਫੇਸ 'ਤੇ ਕੋਈ ਐਬਜ਼ੌਰਬੇਸ਼ਨ ਹੁੰਦੀ ਹੈ, ਜਿਵੇਂ ਕਿ ਆ ਪਲੈਟੀਨਮ ਦੇ ਸਰਫੇਸ 'ਤੇ SO2 ਕੀ ਆ ਗੈਸ ਦੇ ਮੋਲੀਕੂਲ ਆ ਕੇ ਸੈਟਲ ਹੋ ਰਹੇ ਆ। ਤਾਂ ਜਿਹੜਾ ਪਲੈਟੀਨਮ ਦਾ ਹੈਗਾ ਸਰਫੇਸ ਆ, ਇਹਨੂੰ ਤਾਂ ਕਹੂੰਗਾ ਮੈਂ ਐਬਜ਼ੌਰਬੈਂਟ। ਜਿਹੜੇ ਆਹ ਮੋਲੀਕੂਲ ਅੱਗੇ ਜਿਹੜੇ SO2 ਦੇ ਇਹ 'ਤੇ ਆ ਕੇ ਆਹੋ ਕਰੀ ਜਾਂਦੇ ਆ, ਤਾਂ ਇਹਨੂੰ ਕਹੂੰਗਾ ਮੈਂ ਐਬਜ਼ੌਰਬੇਟ। ਅਤੇ ਜਿਹੜੀ ਸਾਰੀ ਪ੍ਰੋਸੈਸ ਆ ਇਹਨੂੰ ਕਹੂੰਗਾ ਐਬਜ਼ੌਰਪਸ਼ਨ, ਠੀਕ ਆ। ਸਾਰੀ ਪ੍ਰੋਸੈਸ ਨੂੰ ਐਬਜ਼ੌਰਪਸ਼ਨ ਕਹੂੰਗਾ। ਤਾਂ ਐਬਜ਼ੌਰਬੇਸ਼ਨ ਕਿਵੇਂ ਹੁੰਦੀ ਆ, ਜਿਵੇਂ ਕੋਈ ਗੈਸ ਗਈ, ਆਕਸੀਜਨ, ਹਾਈਡਰੋਜਨ ਹੈ ਨਾ, ਕਾਰਬਨ ਮੋਨੋਆਕਸਾਈਡ, ਕਲੋਰੀਨ, ਅਮੋਨੀਆ, ਅਤੇ ਕੀ ਕਲੋਜ਼ ਵੈਸਲ ਦੇ ਵਿੱਚ ਹੋਈ ਹੈ ਜਿਹਦੇ ਪਾਊਡਰ ਚਾਰਕੋਲ ਗਾ। ਤਾਂ ਐਬਜ਼ੌਰਬ ਕੀਤਾ ਜਿਹੜਾ ਪ੍ਰੈਸ਼ਰ ਦਾ ਗੈਸ ਆ ਵੈਸਲ ਦੇ ਅੰਦਰ ਕੀ ਹੋ ਜਾਊਗਾ, ਘਟੀ ਜਾਊਗਾ, ਅਤੇ ਗੈਸ ਮੋਲੀਕੂਲ ਕੰਸਨਟਰੇਟ ਕਰੀ ਜਾਂਦੇ ਸਰਫੇਸ ਦੇ ਚਾਰਕੋਲ 'ਤੇ ਆਈ ਜਾਂਦੇ ਆ। ਤਾਂ ਗੈਸਾਂ ਕੀ ਹੋ ਰਹੀਆਂ ਗੀਆਂ, ਐਬਜ਼ੌਰਬ ਕਰ ਰਹੀਆਂ, ਵੀ ਉਹਨੂੰ ਕੀ ਐਬਜ਼ੌਰਬ ਕਰ ਰਿਹਾ। ਜਿਵੇਂ ਕੋਈ ਦੂਜੀ ਐਗਜ਼ਾਮਪਲ ਆ, ਜਿਵੇਂ ਕੋਈ ਔਰਗੈਨਿਕ ਡਾਈ ਆ, ਜਿਵੇਂ ਮਿਥੇਲੇਨ ਬਲੂ ਕਰ ਲਈ, ਜੋ ਕਿ ਐਨੀਮਲ ਚਾਰਕੋਲ ਐਡ ਕਰ ਦਾਂਗੇ, ਤਾਂ ਸੋਲਿਊਸ਼ਨ ਕੀ ਹੋ ਜਾਊਗਾ, ਸ਼ੇਕ ਕਰਾਂਗੇ ਤਾਂ ਦੇਖਾਂਗੇ ਆਪਾਂ ਫਿਲਟਰੇਟ ਕੀ ਹੋ ਜਾਊਗਾ, ਕਲਰਲੈਸ ਹੋ ਜਾਊਗਾ। ਜਿਹੜੇ ਵੀ ਡਾਈ ਆ ਉਹਨੇ ਕੀ ਆ ਸਾਰਾ ਕਲਰ ਕੀ ਕਰ ਲਿਆ, ਚਾਰਕੋਲ ਨੇ ਡਾਈ ਦਾ ਸਾਰਾ ਕਲਰ ਕੀ ਕਰ ਲਿਆ, ਐਬਜ਼ੌਰਬ ਕਰ ਲਿਆ। ਇਹ ਦੁਬਾਰਾ ਆਪਾਂ ਪੜ੍ਹਦੇ ਹਾਂ ਐਬਜ਼ੌਰਪਸ਼ਨ ਅਤੇ ਇੱਕ ਓਬਜ਼ਰਪਸ਼ਨ। ਆਹ ਤਾਂ ਆਪਾਂ ਪਹਿਲਾਂ ਵੀ ਸੁਣਿਆ ਗਿਆ। ਤਾਂ ਇਹਨਾਂ ਵਿੱਚ ਕੀ ਫਰਕ ਗਾ। ਐਬਜ਼ੌਰਪਸ਼ਨ ਦਾ ਸਬਟੈਂਸ ਕੀ ਆ ਓਨਲੀ ਦਾ ਸਰਫੇਸ 'ਤੇ ਹੁੰਦਾ ਗਾ, ਅਤੇ ਇਹ ਕੀ ਆ ਸਰਫੇਸ ਦੇ ਅੰਦਰ ਨਹੀਂ ਜਾ ਸਕਦਾ ਹੁੰਦਾ, ਵੀ ਸਰਫੇਸ ਦੇ ਉੱਪਰ ਹੀ ਉਹ ਕਰਦੇ ਆ ਐਬਜ਼ੌਰਪਸ਼ਨ ਦੇ ਵਿੱਚ। ਪਰ ਓਬਜ਼ਰਪਸ਼ਨ ਦੇ ਵਿੱਚ ਕੀ ਹੁੰਦਾ ਗਾ, ਸਬਟੈਂਸ ਯੂਨੀਫਾਰਮਲੀ ਡਿਸਟਰੀਬਿਊਟ ਹੁੰਦਾ ਹੈ ਸੋਲਿਡ ਦੇ ਵਿੱਚ। ਜਿਵੇਂ ਕਿ ਇੱਕ ਚੌਕ ਆ, ਐਗਜ਼ਾਮਪਲ ਸਮਝਦੇ ਆਪਾਂ, ਜਿਵੇਂ ਕਿ ਇੱਕ ਚੌਕ ਆ ਸਟਿਕ ਕਰ ਗਿਆ ਹੈ ਨਾ, ਵੀ ਇੰਕ ਦੇ ਵਿੱਚ ਡਿਪ ਗਾ, ਤਾਂ ਜਿਹੜਾ ਸਰਫੇਸ ਗਾ ਜਿਹੜਾ ਕਲਰ ਕਰੂਗਾ ਇੰਕ ਦਾ, ਤਾਂ ਕਾਹਦੇ ਕਰਕੇ ਹੋਊਗਾ, ਐਬਜ਼ੌਰਬੈਂਸ ਦਾ ਕਰਕੇ ਹੋਊਗਾ। ਜਿਹੜਾ ਸੋਲਵੈਂਟ ਆ ਇੰਕ ਦਾ ਹੈ ਨਾ, ਵੀ ਅੰਦਰ ਜਾਊਗਾ, ਉਹ ਕਾਹਦੇ ਕਰਕੇ ਹੋਊਗਾ, ਐਬਜ਼ੌਰਪਸ਼ਨ ਦੇ ਵਿੱਚ ਹੁੰਦਾ। ਤਾਂ ਜਿਹੜੀ ਐਬਜ਼ੌਰਬੈਂਟ ਆ ਅਤੇ ਐਬਜ਼ੌਰਪਸ਼ਨ ਆ ਇਹ ਦੋਨੇ ਪ੍ਰੋਸੈਸਾਂ ਕੀ ਹੁੰਦੀਆਂ ਰਹਿੰਦੀਆਂ, ਹਮੇਸ਼ਾ ਇਕੱਠੀਆਂ ਚੱਲਦੀਆਂ ਰਹਿੰਦੀਆਂ।
ਇੱਕ ਜਿਹੜੀ ਪ੍ਰੋਸੈਸ ਹੁੰਦੀ ਆ ਜਿਹੜੀ ਪ੍ਰੋਸੈਸ ਗੀ ਰਿਮੂਵ ਕਰਨ ਦੀ ਅਬਜ਼ਰਬ ਸਬਸਟੈਂਸ ਸਰਫੇਸ ਤੋਂ, ਉਹਨੂੰ ਕਿਆ ਕਹਿੰਦੇ ਡੀ ਅਬਜ਼ਰਪਸ਼ਨ। ਹੁਣ ਆਪਾਂ ਪੜ੍ਹਨਾ ਗਾ ਮੈਕਨਿਜ਼ਮ ਆਫ ਅਬਜ਼ਰਪਸ਼ਨ। ਤਾਂ ਇਹਦੇ ਵਿੱਚ ਕੀ ਹੁੰਦਾ, ਜਿਵੇਂ ਆਹ ਕੋਈ ਸੋਲਿਊਸ਼ਨ ਹੈਗਾ, ਠੀਕ ਆ, ਆਪਾਂ ਲੈ ਲਿਆ। ਅਤੇ ਇਹਦੇ ਵਿੱਚ ਕੋਈ ਮੋਲੀਕਿਊਲ ਹੈਗਾ, ਜਿਵੇਂ ਇੱਕ ਆਹ ਮੋਲੀਕਿਊਲ ਹੈ, ਇੱਕ ਆਹ ਮੋਲੀਕਿਊਲ ਹੈ, ਤਾਂ ਇਹਨੂੰ ਕੀ ਚਾਰੇ ਪਾਸੇ ਤੋਂ ਫੋਰਸ ਲੱਗ ਰਹੀਆਂ, ਇਹਨੂੰ ਸਾਰੇ ਪੁੱਲ ਕਰ ਰਹੇ, ਤਾਂ ਇਹ ਤਾਂ ਕੀ ਆ ਬੈਲੈਂਸ ਆ। ਤਾਂ ਉਹੀ ਕੋਈ ਇਲੈਕਟ੍ਰੋਨ ਜਿਹੜਾ ਇੱਥੇ ਪਿਆ ਗਾ, ਤਾਂ ਉਹਨੂੰ ਕੀ ਆ ਇਕੱਲਾ ਨੀਚੇ ਤੋਂ ਉਹ ਫੋਰਸ ਲੱਗ ਰਹੀ ਆ, ਉੱਪਰੋਂ ਫੋਰਸ ਨਹੀਂ ਲੱਗ ਰਹੀ, ਤਾਂ ਉਹ ਕੀ ਆ ਅਨਬੈਲੈਂਸ ਆ। ਤਾਂ ਐਡਜ਼ੋਰਪਸ਼ਨ ਕਾਹਦੇ ਕਰਕੇ ਹੁੰਦੀ ਆ, ਜਿਹੜਾ ਸਰਫੇਸ ਪਾਰਟੀਕਲ ਗਏ ਐਡਜ਼ੋਰਬੈਂਟ ਤੇ ਉਹ ਕਹਿੰਦਾ ਸੇਮ ਇਨਵਾਇਰਮੈਂਟ 'ਤੇ ਨਹੀਂ ਹੁੰਦੇ ਜਿਵੇਂ ਇਨਸਾਈਡ ਦੇ ਵਿੱਚ ਹੁੰਦੀ ਆ। ਤਾਂ ਇਨਸਾਈਡ ਦਾ ਕੀ ਹੁੰਦਾ, ਸਾਰੀਆਂ ਫੋਰਸਾਂ ਜਿਹੜੀਆਂ ਉਹਨੂੰ ਕੀ ਕਰਦੀਆਂ ਬੈਲੈਂਸ ਕਰਦੀਆਂ, ਪਰ ਸਰਫੇਸ 'ਤੇ ਕੀ ਹੁੰਦਾ, ਅਤੇ ਜਿਹੜੇ ਕੀ ਹੁੰਦੇ ਇਹਨਾਂ ਨੂੰ ਬੈਲੈਂਸ ਨਹੀਂ ਕਰਦੇ, ਤਾਂ ਕਰਕੇ ਕੀ ਹੁੰਦੇ ਆ ਇਹ 'ਚ। ਤਾਂ ਫਿਰ ਕੀ ਰੈਜੀਡੂਅਲ ਅਟਰੈਕਟਿਵ ਫੋਰਸ ਹੁੰਦਾ, ਜਿਹੜੀਆਂ ਇਹ ਫੋਰਸ ਹੁੰਦੀਆਂ ਇਹ ਰਿਸਪੋਂਸੀਬਲ ਕਰਦੀਆਂ, ਜਿਹੜੀਆਂ ਐਡਜ਼ੋਰਬੈਂਟ ਪਾਰਟੀਕਲ ਨੂੰ ਸਰਫੇਸ ਨਾਲ ਕੀ ਕਰਦੀਆਂ ਅਟੈਚ ਕਰਦੇ, ਉਹ ਸਰਫੇਸ ਨਾਲ ਇੱਕ ਅਟੈਚ ਹੋ ਜਾਂਦਾ। ਜਿਹੜਾ ਐਡਜ਼ੋਰਪਸ਼ਨ ਇਨਕਰੀਜ਼ ਹੋਊਗਾ, ਜਿੰਨਾ ਜ਼ਿਆਦਾ ਸਰਫੇਸ ਜ਼ਿਆਦਾ ਹੋਊਗਾ ਤਾਂ ਉਨੀ ਕੀ ਹੋਊਗਾ ਸਰਫੇਸ ਏਰੀਆ ਵੱਧ ਜੂਗਾ। ਜੇ ਕੋਈ ਗਿਵਨ ਟੈਂਪਰੇਚਰ ਹੈ, ਜਿੰਨਾ ਜ਼ਿਆਦਾ ਸਰਫੇਸ ਏਰੀਆ ਹੋਊਗਾ ਉਨੀ ਜ਼ਿਆਦਾ ਐਡਜ਼ੋਰਬੈਂਸ ਦੀ ਰੇਸ਼ੋ ਕੀ ਹੋ ਜੂਗੀ ਵੱਧ ਹੋਊਗੀ। ਤਾਂ ਇਹ ਤੋਂ ਆਪਾਂ ਕੀ ਇੱਕ ਉਹ ਤੋਂ ਕਰ ਸਕਦੇ ਹਾਂ ਡੈਲਟਾ ਜੀ ਇਕੁਅਲ ਟੂ ਡੈਲਟਾ ਐਚ ਮਾਈਨਸ ਟੀ ਡੈਲਟਾ ਐਸ। ਤਾਂ ਆਪਾਂ ਥਰਮੋਡਾਇਨਾਮਿਕਲੀ ਪ੍ਰੂਵ ਕਰ ਸਕਦੇ ਹਾਂ। ਤਾਂ ਇਹਦੇ ਵਿੱਚ ਕੀ ਆ, ਇੱਕ ਗੱਲ ਯਾਦ ਰੱਖਣੀ, ਐਡਜ਼ੋਰਬੈਂਟ 'ਚ ਡੈਲਟਾ ਜੀ ਦੀ ਵੈਲਿਊ ਵੀ ਕੀ ਹੁੰਦੀ ਹੈ ਨੈਗੇਟਿਵ, ਡੈਲਟਾ ਐਚ ਵੀ ਕੀ ਹੁੰਦਾ ਗਾ ਨੈਗੇਟਿਵ, ਅਤੇ ਡੈਲਟਾ ਐਸ ਵੀ ਕੀ ਹੁੰਦਾ ਗਾ ਨੈਗੇਟਿਵ। ਤਿੰਨੇ ਚੀਜ਼ਾਂ ਐਂਥੈਲਪੀ, ਐਂਟਰੋਪੀ ਅਤੇ ਗਿਬਸ ਐਨਰਜੀ, ਇਹ ਤਿੰਨੇ ਚੀਜ਼ਾਂ ਕੀ ਹੁੰਦੀਆਂ ਐਡਜ਼ੋਰਪਸ਼ਨ ਦੇ ਵਿੱਚ ਕੀ ਹੁੰਦੀਆਂ ਨੈਗੇਟਿਵ ਹੁੰਦੀਆਂ। ਅਤੇ ਜੇ ਡੈਲਟਾ ਜੀ ਦੀ ਵੈਲਿਊ ਮੈਂ ਨੈਗੇਟਿਵ ਕਰਨੀ ਆ, ਡੈਲਟਾ ਜੀ ਦੀ ਵੈਲਿਊ ਨੈਗੇਟਿਵ ਹੋਣੀ ਚਾਹੀਦੀ ਆ, ਤਾਂ ਫਿਰ ਆਹ ਵੈਲਿਊ ਕੀ ਹੋਣੀ ਚਾਹੀਦੀ ਆ ਮੇਰੀ, ਆਹ ਵੈਲਿਊ ਮੇਰੀ ਕੀ ਹੋਣੀ ਚਾਹੀਦੀ ਆ ਨੈਗੇਟਿਵ ਹੋਣੀ ਚਾਹੀਦੀ ਆ। ਅਗਰ ਜਿਵੇਂ ਡੈਲਟਾ ਜੀ ਇਕੁਅਲ ਟੂ ਡੈਲਟਾ ਐਚ ਮਾਈਨਸ ਟੀ ਡੈਲਟਾ ਐਸ ਹੁੰਦਾ ਗਾ, ਐਸ ਹੁੰਦਾ ਗਾ, ਜੀ ਵੀ ਨੈਗੇਟਿਵ ਐਚ ਵੀ ਨੈਗੇਟਿਵ ਹੈ, ਤਾਂ ਐਸ ਵੀ ਨੈਗੇਟਿਵ ਹੈ। ਅਤੇ ਨੈਗੇਟਿਵ ਐਸ ਕੀ ਤਾਂ ਨੈਗੇਟਿਵ ਦਾ ਕੀ ਹੋ ਜਾਊਗਾ ਪੋਜ਼ੀਟਿਵ ਹੋ ਜਾਊਗਾ। ਜੇ ਮੈਂ ਜੀ ਦੀ ਵੈਲਿਊ ਨੈਗੇਟਿਵ ਲੈ ਕੇ ਆਉਣੀ ਹੈ, ਤਾਂ ਮੈਨੂੰ ਜਿਹੜੀ ਆ ਟੀ ਐਸ ਦੀ ਵੈਲਿਊ ਹੈ ਕੀ ਆ ਘੱਟ ਤੋਂ ਘੱਟ ਰੱਖਣੀ ਪਊਗੀ, ਪਹਿਲੀ ਕੰਡੀਸ਼ਨ ਤਾਂ ਹੈਗੀ, ਫਿਰ ਹੀ ਆਹ ਵੈਲਿਊ ਨੈਗੇਟਿਵ ਰਹੂਗੀ। ਜਾਂ ਵੈਲਿਊ ਵੱਧ ਹੋਈ ਤਾਂ ਨੈਗੇਟਿਵ ਗਾ, ਆਹ ਵੈਲਿਊ ਤਾਂ ਨੈਗੇਟਿਵ ਹੈ, ਨੈਗੇਟਿਵ ਪੋਜ਼ੀਟਿਵ ਕੀ ਹੋ ਜਾਊਗਾ, ਜਿਹੜੀ ਵੈਲਿਊ ਵੱਧ ਹੋਈ ਉਹ ਹੋਊਗੀ, ਤਾਂ ਡੈਲਟਾ ਟੀ ਐਸ ਦੀ ਵੈਲਿਊ ਮੇਰੇ ਕੋਲ ਕੀ ਹੋਣੀ ਚਾਹੀਦੀ ਆ ਘੱਟ ਹੋਣੀ ਚਾਹੀਦੀ। ਦੂਜੀ ਕੀ ਆ, ਜਾਂ ਮੇਰੇ ਕੋਲ ਡੈਲਟਾ ਐਚ ਦੀ ਵੈਲਿਊ ਕੀ ਹੋਣੀ ਚਾਹੀਦੀ ਆ ਨੈਗੇਟਿਵ 'ਚ ਵੱਧ ਹੋਣੀ ਚਾਹੀਦੀ ਹੈ, ਤਾਂ ਜੀ ਨੈਗੇਟਿਵ ਹੋਊਗੀ। ਤਾਂ ਫਿਰ ਇਹ ਤੋਂ ਬਾਅਦ ਕੀ ਟਾਈਪ ਆ ਐਡਜ਼ੋਰਪਸ਼ਨ ਦੀਆਂ, ਤਾਂ ਦੋ ਮੇਨਲੀ ਟਾਈਪ ਦੀਆਂ, ਇੱਕ ਤਾਂ ਹੈਗੀ ਆ ਫਿਜ਼ੀਕਲ ਐਡਜ਼ੋਰਪਸ਼ਨ, ਇੱਕ ਕੀ ਆ ਕੈਮੀਕਲ, ਜਾਂ ਜਿਹਨੂੰ ਕਹਿੰਦੇ ਆ ਫਿਜ਼ੀਓ ਐਡਜ਼ੋਰਪਸ਼ਨ ਜਾਂ ਕੈਮੀ ਐਡਜ਼ੋਰਪਸ਼ਨ। ਇਹਦੇ ਵਿੱਚ ਕੀ ਫਰਕ ਆ, ਜਿਹੜੇ ਬੌਂਡ ਗਏ ਸਰਫੇਸ 'ਤੇ ਉਹ ਲੱਗ ਰਹੇ, ਉਹ ਕਾਹਦੇ ਕਰਕੇ ਫਿਜ਼ੀਕਲ ਤਰੀਕੇ ਨਾਲ ਹੋ ਰਿਹਾ, ਤਾਂ ਉਹਨੂੰ ਕਹਾਂਗੇ ਫਿਜ਼ੀਓ ਐਡਜ਼ੋਰਪਸ਼ਨ। ਅਤੇ ਜੇ ਕੈਮੀਕਲ ਨਾਲ ਹੋਏ, ਕੈਮੀਕਲ ਬੌਂਡਿੰਗ ਨਾਲ, ਤਾਂ ਕੈਮੀਕਲ ਐਡਜ਼ੋਰਪਸ਼ਨ ਕਹਾਂਗੇ। ਤਾਂ ਇਹਨਾਂ ਵਿੱਚ ਡਿਫਰੈਂਸ ਸੀਗਾ ਆਪਣੇ ਸਿਲੇਬਸ 'ਚ, ਉਹ ਆਪਾਂ ਅੱਗੇ ਪੜ੍ਹਦੇ। ਤਾਂ ਫਿਜ਼ੀਓ ਐਡਜ਼ੋਰਪਸ਼ਨ ਕਾਹਦੇ ਕਰਕੇ ਹੁੰਦੀ ਆ ਵੰਡਰ ਵਾਲ ਫੋਰਸਿਸ ਕਰਕੇ ਹੁੰਦੀ ਆ। ਇਹ ਕੀ ਹੁੰਦਾ ਕੈਮੀਕਲ ਬੌਂਡ ਦੇ ਕਰਕੇ, ਕੈਮੀਕਲ ਵਾਲੀ। ਤਾਂ ਇਹ ਕੀ ਹੁੰਦਾ ਸਪੈਸੀਫਿਕ ਨਹੀਂ ਹੁੰਦੀ ਨੇਚਰ ਦੇ ਵਿੱਚ, ਕੀ ਹਾਈਲੀ ਸਪੈਸੀਫਿਕ ਹੁੰਦਾ ਵੀ ਸੇਮ ਉਹਦੇ ਨਾਲ ਹੋਊਗਾ। ਇਹ ਰਿਵਰਸੀਬਲ ਹੁੰਦੀ ਆ, ਜਿਵੇਂ ਕੋਈ ਆਹ ਦੇਖੋ, ਜਿਵੇਂ ਚਾਰਕੋਲ ਦੇ ਉੱਤੇ SO2 ਲੱਗਦਾ, ਆਪਾਂ ਹੀਟ ਕਰਕੇ ਜਿਹੜੀ SO2 ਨਾਲ ਉਹਨੂੰ ਕੀ ਆਪਾਂ ਉਡਾ ਸਕਦੇ ਹਾਂ, ਤਾਂ ਜਿਹੜਾ ਚਾਰਕੋਲ ਹੋ ਰਿਹਾ ਜੀ, ਤਾਂ ਇਹ ਰਿਵਰਸੀਬਲ। ਪਰ ਕੈਮੀਕਲ ਵਾਲੀ ਕੀ ਹੁੰਦੀ ਆ ਇਰਰਿਵਰਸੀਬਲ ਹੁੰਦੀ ਆ। ਇਹ ਡਿਪੈਂਡ ਕਰਦੀ ਆ ਗੈਸ ਦਾ ਨੇਚਰ ਕਿਹੋ ਜਿਹਾ। ਤਾਂ ਗੈਸ ਕੀ ਹੈ ਜਿੰਨੀ ਜ਼ਿਆਦਾ ਲਿਕੁਈਫਾਈ ਹੋ ਜੂਗੀ ਉਨੀ ਜ਼ਿਆਦਾ ਰੈਡਲੀ ਕੀ ਹੋ ਜੂਗੀ ਅਬਜ਼ਰਵ ਹੋ ਜੂਗੀ। ਇਹ ਡਿਪੈਂਡ ਕਰਦੀ ਹੈ, ਇਹ ਕੀ ਆ ਡਿਪੈਂਡ ਕਰਦੀ ਹੈ ਗੈਸ 'ਤੇ, ਇਹ ਵੀ ਕੀ ਆ ਰਿਐਕਟ ਕਰਦੀ ਆ, ਜਿਹੜਾ ਕੀ ਹੈ ਕੈਮੀਸਰਪਸ਼ਨ ਕਰਦਾ। ਤਾਂ ਇਹ 'ਚ ਕੀ ਹੈ ਕੈਮੀਕਲ ਆਫ ਐਡਜ਼ਰਪਸ਼ਨ ਕੀ ਹੁੰਦੀ ਆ ਲੋ ਹੁੰਦੀ ਆ, ਇਹ 'ਚ ਕੀ ਹੁੰਦੀ ਆ ਹਾਈ ਹੁੰਦੀ ਆ। ਤਾਂ ਲੋ ਟੈਂਪਰੇਚਰ ਕੀ ਆ ਫੇਵਰੇਬਲ ਐਡਜ਼ਰਪਸ਼ਨ ਵਾਸਤੇ। ਇਹ ਕੀ ਆ ਘਟੀ ਜਾਂਦੀ ਜੇ ਆਪਾਂ ਟੈਂਪਰੇਚਰ, ਜਿਵੇਂ ਕੋਈ SO2 ਹੋ ਗਈ ਤਾਂ ਆਪਾਂ ਟੈਂਪਰੇਚਰ ਕਰਾਂਗੇ ਤਾਂ ਉਹ ਉੱਡਣ ਲੱਗ ਜਾਣਗੇ, ਤਾਂ ਘਟ ਰਹੀ ਆ। ਤਾਂ ਹਾਈ ਟੈਂਪਰੇਚਰ ਫੇਵਰੇਬਲ ਗਾ ਇਹਦੇ ਵਾਸਤੇ, ਕੈਮੀਕਲ ਵਾਲੇ ਵਾਸਤੇ। ਕੋਈ ਵੀ ਐਕਟੀਵੇਸ਼ਨ ਐਨਰਜੀ ਨਹੀਂ ਚਾਹੀਦੀ, ਸਿੱਧੀ ਹੋ ਜਾਂਦਾ। ਇਹ 'ਚ ਹਾਈ ਐਕਟੀਵੇਸ਼ਨ ਐਨਰਜੀ ਚਾਹੀਦੀ, ਕਈ ਵਾਰ ਕੋਈ ਆਪਾਂ ਨੂੰ ਕੀ ਆ ਕੈਟਾਲਿਸਟ ਵਗੈਰਾ ਐਡ ਕਰਨਾ ਪੈਂਦਾ ਗਾ। ਇਹ ਡਿਪੈਂਡ ਕਰਦੀ ਆ ਸਰਫੇਸ ਏਰੀਆ 'ਤੇ, ਇਹ ਵੀ ਡਿਪੈਂਡ ਕਰਦੀ ਆ ਸਰਫੇਸ ਏਰੀਆ 'ਤੇ। ਇਹ ਵੀ ਕੀ ਹੁੰਦੀ ਆ ਵੱਧਦੀ ਆ ਸਰਫੇਸ ਏਰੀਆ ਨਾਲ, ਇਹ ਵੀ ਵੱਧਦੀ ਆ। ਤਾਂ ਦੋਨੇ ਡਿਪੈਂਡ ਕਰਦੇ ਸਰਫੇਸ ਏਰੀਆ, ਜਿੰਨਾ ਜ਼ਿਆਦਾ ਸਰਫੇਸ ਏਰੀਆ ਹੋਊਗਾ ਉਨੀ ਜ਼ਿਆਦਾ
ਕਿਉਂਕਿ ਇਹ ਰਿਲੇਟਡ ਹੀ ਕਾਹਦੇ ਨਾਲ, ਸਰਫੇਸ ਏਰੀਆ ਨਾਲ। ਜਿੰਨਾ ਜ਼ਿਆਦਾ ਹੋਊਗਾ ਇਹਨਾਂ ਮਲਟੀ ਮੋਲੀਕੂਲਰ ਲੇਅਰ ਹੁੰਦੀਆਂ ਐਬਜ਼ੋਰਬੈਂਟ ਸਰਫੇਸ ਦੀਆਂ, ਇਹ ਕੀ ਆ, ਯੂਨੀ ਮੋਲੀਕੂਲਰ ਹੋਊਗੀ ਇਹਦੇ ਵਿੱਚ। ਠੀਕ ਆ, ਅੱਜ ਦੇ ਟੌਪਿਕ 'ਚ ਇੰਨੀ, ਅਗਲੀ ਕਲਾਸ 'ਚ ਕਰਾਂਗੇ।